हाँ जी स्टूडेंट्स, ਜਿਹੜਾ टॉपिक बेटा ਅੱਜ ਆਪਾਂ डिस्कस करना है वो है सेंट्रलाइजेशन। फस्ट ऑफ ऑल ਆਪਾਂ ਦਾ मीनिंग देखते हैं। सेंट्रलाइजेशन मीनस कंसनट्रेशन ऑफ अथॉरिटी इन सिंगल हैंड and all the decisions are taken by top management and subordinates do not have any power to amend them। ਸੈਂਟਰਲਾਈਜੇਸ਼ਨ ਦਾ ਮਤਲਬ ਹੈ ਕਿ ਜਿਹੜੀ ਅਥਾਰਟੀ ਆ ਉਹ ਇੱਕ ਸਿੰਗਲ ਪਰਸਨ ਦੇ ਹੱਥ 'ਚ ਹੁੰਦੀ ਆ। ਸਾਰੇ ਜਿਹੜੇ ਫੈਸਲੇ ਆ ਟੌਪ ਮੈਨੇਜਮੈਂਟ ਹੀ ਲੈਂਦੀ ਆ। ਸਬੋਰਡੀਨੇਟਸ ਦੇ ਕੋਲ ਕੋਈ ਪਾਵਰ ਨਹੀਂ ਹੁੰਦੀ ਕਿ ਉਹ ਫੈਸਲੇ ਦੇ ਵਿੱਚ ਕੋਈ ਚੇਂਜਸ ਕਰ ਸਕਣ, ਠੀਕ ਆ, ਅਮੈਂਡਸ ਕਰ ਸਕਣ। ਅੰਡਰ ਸੈਂਟਰਲਾਈਜੇਸ਼ਨ ਡਿਸੀਜਨ ਮੇਕਿੰਗ ਪਾਵਰ ਰੈਸਟਸ ਇਨ ਵਨ ਹੈਂਡ। ਇਹਦੇ ਵਿੱਚ ਫੈਸਲਾ ਲੈਣ ਦੀ ਜਿਹੜੀ ਪਾਵਰ ਆ ਉਹ ਇੱਕ ਪਰਸਨ ਦੇ ਹੱਥ 'ਚ ਹੁੰਦੀ ਆ। ਐਂਡ ਇੰਪਲੀਮੈਂਟੇਸ਼ਨ ਪਾਰਟ ਇਜ਼ ਡਨ ਬਾਏ ਦਾ ਸਬੋਰਡੀਨੇਟਸ। ਅਤੇ ਜੋ ਵੀ ਫੈਸਲਾ ਲਿਆ ਗਿਆ ਉਹਨੂੰ ਕੌਣ ਲਾਗੂ ਕਰਦੇ ਆ? ਸਬੋਰਡੀਨੇਟਸ ਹੀ ਲਾਗੂ ਕਰਦੇ ਆ। ਇਟ ਇਜ਼ ਸਕਸੈਸਫੁਲ ਓਨਲੀ ਇਨ ਸਮੋਲ ਸਕੇਲ ਐਂਟਰਪ੍ਰਾਈਜ਼ਿਸ ਵੇਅਰ ਸਕੇਲ ਆਫ ਆਪਰੇਸ਼ਨ ਇਜ਼ ਸਮੋਲ ਐਂਡ ਪਰਸਨਲ ਅਟੈਂਸ਼ਨ ਟੂ ਈਚ ਐਕਟੀਵਿਟੀ ਕੈਨ ਬੀ ਗਿਵਨ। ਜਿਹੜੀ ਸੈਂਟਰਲਾਈਜੇਸ਼ਨ ਆ ਇਹ ਜਿਹੜੀਆਂ ਸਮੋਲ ਸਕੇਲ ਫਰਮਸ ਹੁੰਦੀਆਂ ਨੇ ਉਹਨਾਂ ਦੇ ਲਈ ਹੀ ਲਾਗੂ ਹੁੰਦੀ ਆ, ਠੀਕ ਆ, ਕਿਉਂਕਿ ਉੱਥੇ ਜਿਹੜੀ ਪਰਸਨਲ ਅਟੈਂਸ਼ਨ ਦੇਣੀ ਹੁੰਦੀ ਆ ਅਸੀਂ ਹਰ ਇੱਕ ਐਕਟੀਵਿਟੀ ਨੂੰ, ਹਰ ਇੱਕ ਕੰਮ ਨੂੰ। ਸੋ ਦੇਅਰ ਇਜ਼ ਅ ਲਿਟਲ ਡੈਲੀਗੇਸ਼ਨ ਆਫ ਅਥੋਰਿਟੀ ਇਨ ਸੱਚ ਅ ਕੇਸ। ਸੋ ਇਸ ਕੇਸ ਦੇ ਵਿੱਚ ਬਹੁਤ ਘੱਟ ਹੀ ਡੈਲੀਗੇਸ਼ਨ ਹੁੰਦੀ ਆ ਅਥੋਰਿਟੀ ਦੀ, ਠੀਕ ਆ। ਐਵਰੀ ਸਿੰਗਲ ਇੰਸਟਰਕਸ਼ਨ ਫਲੋਜ਼ ਫਰੋਮ ਓਨਰ ਆਫ ਦਾ ਐਂਟਰਪ੍ਰਾਈਜ਼। ਹਰ ਇੱਕ ਇੰਸਟਰਕਸ਼ਨ ਕਿਤੋਂ ਫਲੋ ਹੁੰਦੀ ਆ? ਜਿਹੜਾ ਓਨਰ ਹੁੰਦਾ ਕਿਸੇ ਵੀ ਫਰਮ ਦਾ, ਸਿਰਫ ਉਹਦੇ ਤੋਂ ਹੀ ਅੱਗੇ ਫਲੋ ਹੁੰਦੀ ਆ। ਹੁਣ ਇਹਦੀ ਡੈਫੀਨੇਸ਼ਨ ਦੇਖੋ। Everything which goes to increase the importance of subordinates role is decentralization and everything which goes to reduce its is centralization। ਕੋਈ ਵੀ ਚੀਜ਼ ਜਿਸ ਕਰਕੇ ਜਿਹੜੇ ਸਬੋਰਡੀਨੇਟਸ ਦਾ ਜਿਹੜਾ ਮਹੱਤਵ ਆ, ਇੰਪੋਰਟੈਂਸ ਆ, ਉਹ ਵੱਧਦੀ ਆ, ਉਹਨੂੰ ਅਸੀਂ ਡੀਸੈਂਟਰਲਾਈਜੇਸ਼ਨ ਕਹਿੰਦੇ ਆ। ਉਹ ਕੰਮ ਜਿਹਦੇ ਕਰਕੇ ਜਿਹੜੇ ਸਬੋਰਡੀਨੇਟਸ ਨੇ ਉਹਨਾਂ ਦੇ ਰੋਲ ਦੀ ਜਿਹੜੀ ਇੰਪੋਰਟੈਂਸ ਆ ਉਹ ਘਟਦੀ ਆ, ਉਹ ਕੀ ਆ? ਸੈਂਟਰਲਾਈਜੇਸ਼ਨ, ਠੀਕ ਆ। ਨੈਕਸਟ ਹੈ ਫੈਕਟਰਸ ਡਿਟਰਮਿਨਿੰਗ ਸੈਂਟਰਲਾਈਜੇਸ਼ਨ ਆਫ ਅਥੋਰਿਟੀ। ਉਹ ਕਿਹੜੇ ਕਿਹੜੇ ਫੈਕਟਰਸ ਨੇ ਜਿਹੜੇ ਡਿਟਰਮਿਨ ਕਰਦੇ ਆ ਸੈਂਟਰਲਾਈਜੇਸ਼ਨ ਆਫ ਅਥੋਰਿਟੀ ਨੂੰ? ਫਸਟ ਦੇਖੋ, ਪਹਿਲਾਂ ਮੈਨੇਜਮੈਂਟ ਵਾਂਟ ਟੂ ਸੈਂਟਰਲਾਈਜ਼ ਦਾ ਡਿਸੀਜ਼ਨ ਮੇਕਿੰਗ ਫॉर ਦਾ ਫੋਲੋਇੰਗ ਰੀਜ਼ਨਸ। ਕੋਈ ਵੀ ਮੈਨੇਜਮੈਂਟ ਸੈਂਟਰਲਾਈਜ਼ ਕਿਉਂ ਕਰਦੀ ਆ, ਠੀਕ ਆ, ਮਤਲਬ ਇੱਕ ਪਰਸਨ ਨੂੰ ਹੀ ਹੈੱਡ ਕਿਉਂ ਬਣਾਉਂਦੀ ਆ? ਉਹਦੇ ਕਈ ਰੀਜ਼ਨਸ ਨੇ। ਫਸਟ ਰੀਜ਼ਨ ਇਜ਼ ਅਚੀਵਿੰਗ ਯੂਨੀਫਾਰਮਿਟੀ ਆਫ ਐਕਸ਼ਨਸ। ਮਤਲਬ ਜਿੰਨੇ ਵੀ ਅਸੀਂ ਕੰਮ ਕਰੀਏ ਸਾਰਿਆਂ ਦੇ ਵਿੱਚ ਇਕਸਾਰਤਾ ਹੋਵੇ। ਇਨ ਸੈਂਟਰਲਾਈਜੇਸ਼ਨ ਆਲ ਡਿਸੀਜ਼ਨਸ ਆਰ ਟੇਕਨ ਐਟ ਟॉप ਲੈਵਲ। ਇਨ ਦਿਸ ਵੇ ਯੂਨੀਫਾਰਮਿਟੀ ਆਫ ਐਕਸ਼ਨ ਇਜ਼ ਅਚੀਵਡ ਥਰੂ ਆਊਟ ਦਾ ਔਰਗੇਨਾਈਜੇਸ਼ਨ। ਸੈਂਟਰਲਾਈਜੇਸ਼ਨ ਦੇ ਵਿੱਚ ਸਾਰੇ ਫੈਸਲੇ ਟੌਪ ਮੈਨੇਜਮੈਂਟ ਦੁਆਰਾ ਲਏ ਜਾਂਦੇ ਆ। ਸੋ ਜਿਸ ਕਰਕੇ ਪੂਰੀ ਔਰਗੇਨਾਈਜੇਸ਼ਨ ਦੇ ਵਿੱਚ ਇੱਕ ਯੂਨੀਫਾਰਮਿਟੀ ਆ ਜਾਂਦੀ ਆ। On the other hand, if everyone is allowed to take his independent decisions, then uniformity of action is not possible। ਬਟ ਕਹਿੰਦੇ ਜੇ ਅਸੀਂ ਸਾਰਿਆਂ ਨੂੰ ਅਲਾਓ ਕਰ ਦਈਏ ਵੀ ਤੁਸੀਂ ਸਾਰੇ ਜਿਵੇਂ ਮਰਜ਼ੀ ਫੈਸਲੇ ਲੈ ਲਓ ਤਾਂ ਇਹਦੇ ਨਾਲ ਯੂਨੀਫਾਰਮਿਟੀ ਨਹੀਂ ਆ ਸਕਦੀ। ਸੈਕਿੰਡ ਪੁਆਇੰਟ ਇਜ਼ ਫੈਸਿਲੀਟੇਟਿੰਗ ਇੰਟੀਗ੍ਰੇਸ਼ਨ। ਸੋ ਫੈਸਿਲੀਟੇਟ ਹੁੰਦਾ ਹੈਲਪ, ਇੰਟੀਗ੍ਰੇਸ਼ਨ ਹੁੰਦਾ ਜੋੜਨਾ। In order to achieve the objectives of the organization, integration of all the operation is a must। Operations ਹੁੰਦਾ ਕੰਮ। ਕਹਿੰਦੇ ਜੇ ਅਸੀਂ ਔਰਗੇਨਾਈਜੇਸ਼ਨ ਦੇ ਆਬਜੈਕਟਿਵ ਨੂੰ ਅਚੀਵ ਕਰਨਾ ਚਾਹੁੰਦੇ ਹਾਂ ਤਾਂ ਸਾਡੇ ਜਿੰਨੇ ਵੀ ਕੰਮ ਆ ਉਹ ਸਾਰੇ ਇੰਟੀਗ੍ਰੇਟ ਹੋਣੇ ਚਾਹੀਦੇ ਆ। ਸੈਂਟਰਲਾਈਜੇਸ਼ਨ ਹੈਲਪਸ ਟੂ ਫੈਸਿਲੀਟੇਟ ਇੰਟੀਗ੍ਰੇਸ਼ਨ ਥਰੂ ਕਾਮਨ ਪੋਲਿਸੀਜ਼ ਐਂਡ ਪ੍ਰੋਗਰਾਮਸ। ਸੋ ਜਿਹੜੀ ਸੈਂਟਰਲਾਈਜੇਸ਼ਨ ਹੈ ਹੈਲਪ ਕਰਦੀ ਹੈ ਸਾਡੀ, ਕਾਹਦੇ ਲਈ? ਇੰਟੀਗ੍ਰੇਸ਼ਨ ਦੇ ਵਿੱਚ ਹੈਲਪ ਕਰਦੀ ਹੈ ਤਾਂ ਕਿ ਅਸੀਂ ਜਿਹੜੀਆਂ ਪੋਲਿਸੀਜ਼ ਨੇ ਅਤੇ ਪ੍ਰੋਗਰਾਮਸ ਨੇ ਜਿਹੜੇ ਸਾਡੇ ਕਾਮਨ ਅਸੀਂ ਉਹਨਾਂ ਨੂੰ ਯੂਜ਼ ਕਰ ਸਕੀਏ। ਨੈਕਸਟ ਹੈ ਪ੍ਰਮੋਟਿੰਗ ਪਰਸਨਲ ਲੀਡਰਸ਼ਿਪ। ਸੈਂਟਰਲਾਈਜੇਸ਼ਨ ਪ੍ਰਮੋਟ ਕਰਦੀ ਆ ਪਰਸਨਲ ਲੀਡਰਸ਼ਿਪ ਕੁਆਲਿਟੀਜ਼ ਨੂੰ ਇਨ ਅ ਮੈਨੇਜਰ ਬਿਕੋਜ਼ ਮੈਨੇਜਰ ਹੈਜ਼ ਟੂ ਟੇਕ ਵੇਰੀਅਸ ਟਾਈਪਸ ਆਫ ਡਿਸੀਜ਼ਨਸ ਰਿਗਾਰਡਿੰਗ ਪੋਲਿਸੀਜ਼, ਪ੍ਰੋਗਰਾਮਸ ਐਟਸੈਟਰਾ। ਹੁਣ ਹਰ ਇੱਕ ਪਰਸਨ ਆ, ਹੁਣ ਉਹਨੇ ਆਪਦੇ ਲੈਵਲ 'ਤੇ ਫੈਸਲੇ ਲੈਣੇ ਆ। ਹੁਣ ਇਹਦੇ ਵਿੱਚ ਸਿੰਗਲ ਪਰਸਨ ਆ ਤਾਂ ਉਹ ਕੀ ਹੋ ਜਾਊਗਾ? ਆਪਦੇ ਜਿਹੜੇ ਵੀ ਡਿਸੀਜ਼ਨ ਨੇ ਪੋਲਿਸੀ ਦੇ ਪ੍ਰੋਗਰਾਮ ਦੇ ਰਿਗਾਰਡਿੰਗ ਲੈ ਸਕਦਾ। ਉਹਦੇ ਵਿੱਚ ਲੀਡਰਸ਼ਿਪ ਦੀ ਕੁਆਲਿਟੀ ਆਊਗੀ ਮੈਨੇਜਰ ਦੇ ਵਿੱਚ, ਠੀਕ ਆ। ਇਟ ਰਿਕੁਆਇਰਸ ਮੋਰ ਐਂਡ ਮੋਰ ਸਕਿੱਲ ਵਿਚ ਇਨ ਟਰਨ ਪ੍ਰਮੋਟ ਪਰਸਨਲ ਲੀਡਰਸ਼ਿਪ। ਸੋ ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਕਿੱਲਸ ਦੀ ਲੋੜ ਪੈਂਦੀ ਆ, ਜਿਸ ਕਰਕੇ ਜਿਹੜਾ ਇੱਕ ਸਿੰਗਲ ਪਰਸਨ ਹੈੱਡ ਬਣਾਇਆ ਵਾ, ਠੀਕ ਆ, ਉਹਦੀਆਂ ਹੋਰ ਪਰਸਨਲ ਜਿਹੜੀਆਂ ਸਕਿੱਲਸ ਨੇ ਉਹ ਇੰਪਰੂਵ ਹੁੰਦੀਆਂ ਨੇ ਅਤੇ ਉਹਦੇ 'ਚ ਪਰਸਨਲ ਲੀਡਰਸ਼ਿਪ ਦੀ ਜਿਹੜੀ ਭਾਵਨਾ ਉਹ ਆਉਂਦੀ ਆ। ਨੈਕਸਟ ਹੈਗਾ ਹੈਂਡਲਿੰਗ ਐਮਰਜੈਂਸੀਜ਼। As centralization has to take quick and timely decisions, therefore it is more relevant in handling emergency situation than decentralization। ਹੁਣ ਜਿਵੇਂ ਕੋਈ ਐਮਰਜੈਂਸੀ ਸਿਚੁਏਸ਼ਨ ਆ ਗਈ, ਇਹਦੇ ਨਾਲ ਕੀ ਹੁਣ ਸਿੰਗਲ ਪਰਸਨ ਆ, ਉਹਨੇ ਕੋਈ ਨਾ ਕੋਈ ਫੈਸਲਾ ਲੈਣਾ ਤਾਂ ਉਹ ਕੁਇੱਕ ਅਤੇ ਟਾਈਮਲੀ ਡਿਸੀਜ਼ਨ ਲੈ ਸਕਦਾ ਐਮਰਜੈਂਸੀ ਦੇ ਵਿੱਚ, ਠੀਕ ਆ। ਬਟ ਜੇ ਇਹੀ ਡੀਸੈਂਟਰਲਾਈਜੇਸ਼ਨ ਹੁੰਦੀ ਤਾਂ ਕਿਸੇ ਨੇ ਕੋਈ ਫੈਸਲਾ ਲੈਣਾ ਸੀ, ਕਿਸੇ ਨੇ ਕੋਈ ਲੈਣਾ ਸੀ, ਓਕੇ। ਤਾਂ ਇਹਦੇ ਨਾਲ ਹੈਂਡਲ ਕਰਨ ਦੇ ਵਿੱਚ ਐਮਰਜੈਂਸੀ ਨੂੰ ਕਾਫੀ ਹੈਲਪ ਮਿਲਦੀ ਆ। ਨੈਕਸਟ ਇਜ਼ ਇਹਦੀਆਂ ਐਡਵਾਂਟੇਜਸ ਨੇ। ਫਸਟ ਵਨ ਇਜ਼ ਯੂਨੀਫਾਰਮਿਟੀ।
यूनीफॉर्मिटी हुंदी है एकसारता। अंडर सेंट्रलाइजेशन decisions are taken at top level which help to achieve uniformity in action at all levels। ਸੈਂਟਰਲਾਈਜੇਸ਼ਨ ਦੇ ਅੰਡਰ ਕੀ ਹੁੰਦਾ, ਜਿੰਨੇ ਵੀ ਡਿਸੀਜਨਸ ਨੇ ਉਹ ਟੌਪ ਮੈਨੇਜਮੈਂਟ ਲੈਂਦੀ ਆ, ਜਿਸ ਕਰਕੇ ਜਿੰਨੇ ਵੀ ਕੰਮ ਹੋ ਰਹੇ ਆ ਫਰਮ ਦੇ ਵਿੱਚ ਉਹ ਸਾਰਿਆਂ ਦੇ ਵਿੱਚ ਇਕਸਾਰਤਾ ਆਉਂਦੀ ਆ। ਬਿਕੋਜ਼ ਨੋ ਪਰਸਨ ਇਨ ਦ ਆਰਗੇਨਾਈਜੇਸ਼ਨ ਕੈਨ ਟੇਕ ਡਿਸੀਜਨਸ ਅਕੋਰਡਿੰਗ ਟੂ ਹਿਜ਼ ਚੋਇਸ। ਕੋਈ ਵੀ ਪਰਸਨ ਆਪਦੀ ਮਰਜ਼ੀ ਦੇ ਨਾਲ ਕੋਈ ਵੀ ਡਿਸੀਜਨ ਨਹੀਂ ਲੈ ਸਕਦਾ। ਸੈਕਿੰਡ ਪੁਆਇੰਟ ਇਜ਼ ਕੋਆਰਡੀਨੇਸ਼ਨ। As different departments has to follow same policies and procedures in the organization, therefore coordination among different departments can be achieved. This helps to achieve the organizational goals in a better way। ਹੁਣ ਇਹਦੇ ਵਿੱਚ ਕੀ ਆ, ਸੇਮ ਪੋਲਿਸੀਜ਼ ਨੇ ਜਾਂ ਸੇਮ ਪ੍ਰੋਸੀਜਰ ਨੇ ਆਰਗੇਨਾਈਜੇਸ਼ਨ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟਸ ਦੇ, ਠੀਕ ਆ। ਸੋ ਇਹਦੇ ਨਾਲ ਕੀ ਹੈ, ਇੱਕ ਤਰ੍ਹਾਂ ਦੀ ਕੋਆਰਡੀਨੇਸ਼ਨ, ਇੱਕ ਤਾਲਮੇਲ ਆਉਂਦਾ ਵਾ, ਜਿਹਦੇ ਕਰਕੇ ਕਿ ਅਸੀਂ ਬਹੁਤ ਈਜ਼ੀਲੀ ਜਾਂ ਬਹੁਤ ਵਧੀਆ ਤਰੀਕੇ ਦੇ ਨਾਲ ਆਰਗੇਨਾਈਜੇਸ਼ਨ ਦੇ ਆਬਜੈਕਟਿਵ ਅਚੀਵ ਕਰ ਸਕਦੇ ਹਾਂ। ਨੈਕਸਟ ਦੇਖੋ ਇਕੋਨਮੀਜ਼। Centralization helps to bring in economies of large scale when centralized methods of buying are adopted, then huge discount can be availed। ਹੁਣ ਦੇਖੋ ਇਕੋਨਮੀਜ਼ ਦੇ ਵਿੱਚ ਆ ਜਾਂਦਾ ਵੀ ਜੇ ਅਸੀਂ ਸੈਂਟਰਲਾਈਜ਼ ਫਰਮ ਆ ਸਾਡੀ, ਠੀਕ ਆ, ਅਸੀਂ ਗਾਂ ਜਿਹੜੀ ਜਗ੍ਹਾ ਤੋਂ ਸਮਾਨ ਲੈ ਰਹੇ ਹਾਂ ਉਹ ਵੀ ਕਿੱਥੋਂ ਲਿਆ ਵਾ, ਉੱਥੇ ਵੀ ਅਸੀਂ ਸੈਂਟਰਲਾਈਜ਼ਡ ਬਾਇੰਗ ਦਾ ਤਰੀਕਾ ਚੂਜ਼ ਕੀਤਾ, ਮਤਲਬ ਇੱਕ ਜਗ੍ਹਾ ਤੋਂ ਇਕੱਠਾ ਸਮਾਨ ਲੈ ਲਿਆ। ਸੋ ਉਹਦੇ ਨਾਲ ਕੀ ਹੋਊਗਾ, ਸਾਨੂੰ ਕਾਫੀ ਜ਼ਿਆਦਾ ਡਿਸਕਾਊਂਟ ਮਿਲ ਜੂਗਾ। ਦਿਸ ਆਲਸੋ ਹੈਲਪਸ ਟੂ ਰਿਡਿਊਸ ਦਾ ਟਰਾਂਸਪੋਰਟੇਸ਼ਨ ਐਕਸਪੈਂਸਿਸ ਐਂਡ ਮੈਨੇਜੀਰੀਅਲ ਕੋਸਟਸ। ਸੋ ਇਹਦੇ ਨਾਲ ਕੀ ਹੋ ਜੂਗਾ, ਸਾਨੂੰ ਜਿਹੜੇ ਟਰਾਂਸਪੋਰਟੇਸ਼ਨ ਦੇ ਖਰਚੇ ਘੱਟ ਜਾਣਗੇ ਅਤੇ ਮੈਨੇਜੀਰੀਅਲ ਕੋਸਟਸ ਵੀ ਘਟਣਗੀਆਂ। ਮਤਲਬ ਥਾਂ ਤੋਂ ਖਰੀਦਣ ਦੀ ਬਜਾਏ ਜੇ ਅਸੀਂ ਇੱਕ ਥਾਂ ਤੋਂ ਹੀ ਖਰੀਦਦੇ ਹਾਂ, ਠੀਕ ਆ, ਤਾਂ ਸਾਨੂੰ ਫਾਇਦਾ ਹੋਊਗਾ। ਨੈਕਸਟ ਹੈ ਫੈਸਿਲੀਟੇਟ ਐਵੈਲੂਏਸ਼ਨ। When a same set of policies are used for different departments, then their performance can be compared and evaluated. It helps to improve performance। ਹੁਣ ਦੇਖੋ ਇੱਕੋ ਜਿਹੀਆਂ ਪੋਲਿਸੀਜ਼ ਨੇ, ਇੱਕੋ ਜਿਹੇ ਪ੍ਰੋਸੀਜਰ ਆ, ਬਟ ਥੋੜ੍ਹੇ ਡਿਪਾਰਟਮੈਂਟ ਉਹਨਾਂ ਦੇ ਡਿਫਰੈਂਟ ਆ। ਹੁਣ ਹਰ ਇੱਕ ਡਿਪਾਰਟਮੈਂਟ ਦੀ ਅਲੱਗ-ਅਲੱਗ ਪਰਫੋਰਮੈਂਸ ਹੋਊਗੀ, ਠੀਕ ਆ, ਤਾਂ ਅਸੀਂ ਉਹਨਾਂ ਦੀ ਪਰਫੋਰਮੈਂਸ ਨੂੰ ਕਾਹਦੇ ਨਾਲ ਕੰਪੇਅਰ ਕਰ ਸਕਦੇ ਹਾਂ, ਇੱਕ ਡਿਪਾਰਟਮੈਂਟ ਦੀ ਪਰਫੋਰਮੈਂਸ ਨੂੰ ਦੂਜੇ ਡਿਪਾਰਟਮੈਂਟ ਦੀ ਪਰਫੋਰਮੈਂਸ ਨਾਲ ਕੰਪੇਅਰ ਕਰ ਸਕਦੇ ਹਾਂ ਐਂਡ ਐਵੈਲੂਏਟ ਕਰ ਸਕਦੇ ਹਾਂ, ਠੀਕ ਆ, ਵੀ ਕਿਹੜਾ ਬੈਟਰ ਕਰ ਰਿਹਾ, ਠੀਕ ਆ, ਅਤੇ ਜਿਹੜਾ ਨਹੀਂ ਵਧੀਆ ਕਰ ਰਿਹਾ ਤਾਂ ਉਹਨੂੰ ਸੁਜੈਸ਼ਨ ਦਿੱਤੇ ਜਾ ਸਕਦੇ ਆ। ਸੋ ਜਾਂ ਐਗਜ਼ਾਮਪਲ ਦਿੱਤੀ ਜਾ ਸਕਦੀ ਹੈ ਵੀ ਦੂਜੇ ਡਿਪਾਰਟਮੈਂਟ ਵਾਲਿਆਂ ਨੇ ਆਹ ਕੰਮ ਵਧੀਆ ਕੀਤਾ। ਸੋ ਇਹਦੇ ਨਾਲ ਪਰਫੋਰਮੈਂਸ ਇੰਪਰੂਵ ਹੁੰਦੀ ਆ। ਨੈਕਸਟ ਹੈ ਬੇਟਾ ਆਪਣੇ ਕੋਲ ਡਿਸਐਡਵਾਂਟੇਜਸ ਆਫ ਸੈਂਟਰਲਾਈਜੇਸ਼ਨ। ਫਸਟ ਵਨ ਹੈਗੀ ਇਹਦੀ ਡਿਸਟਰੋਇਜ਼ ਇੰਡੀਵਿਜੂਅਲਸ ਇਨੀਸ਼ੀਏਟਿਵ। ਹੁਣ ਦੇਖੋ ਇਹ ਪੁਆਇੰਟ ਦੇ ਵਿੱਚ ਜ਼ਰੂਰ ਇੰਪੋਰਟੈਂਟ ਆ ਵੀ ਹੁਣ ਇੱਕ ਪਰਸਨ ਦੇ ਹੱਥ 'ਚ ਇਹਦੇ ਵਿੱਚ ਪਾਵਰ ਹੁੰਦੀ ਆ ਡਿਸੀਜ਼ਨ ਲੈਣ ਦੀ, ਸਾਰਾ ਕੁਛ ਕੰਟਰੋਲ ਕਰਨ ਦੀ। ਹੁਣ ਇਹਦੇ ਨਾਲ ਜਿਹੜੇ ਬਾਕੀ ਆ ਉਹਦੇ ਫੋਲੋਅਰ ਨੇ, ਮਤਲਬ ਸਬੋਰਡੀਨੇਟਸ ਨੇ, ਉਹਨਾਂ ਨੂੰ ਬਿਲਕੁਲ ਅਲਾਉ ਨਹੀਂ ਕੀਤਾ ਜਾਂਦਾ ਵੀ ਉਹਦੀ ਕੋਈ ਸੁਜੈਸ਼ਨ ਦੇ ਸਕਣ। ਸੋ ਇਹਦੇ ਨਾਲ ਇੱਕ ਜਿਹੜਾ ਇੰਡੀਵਿਜੂਅਲ ਪਰਸਨ ਆ ਉਹਦੇ ਅੰਦਰ ਇਨੀਸ਼ੀਏਟਿਵ ਲੈਣ ਦੀ ਜਿਹੜੀ ਐਬਿਲਿਟੀ ਉਹੀ ਖਤਮ ਹੋ ਜਾਂਦੀ ਆ। Under centralization, nobody is allowed to use own judgment and only one person has to take all the decisions. This destroys individuals' initiative। ਸੈਂਟਰਲਾਈਜੇਸ਼ਨ ਦੇ ਵਿੱਚ ਕੋਈ ਵੀ ਪਰਸਨ ਜਿਹੜਾ ਸਿੰਗਲ ਪਰਸਨ ਆ ਜਾਂ ਸਬੋਰਡੀਨੇਟ ਆ ਉਹ ਆਪਦੀ ਮਰਜ਼ੀ ਨਾਲ ਕੋਈ ਫੈਸਲਾ ਨਹੀਂ ਲੈ ਸਕਦਾ, ਜਿਸ ਕਰਕੇ ਉਹਨਾਂ ਦੇ ਅੰਦਰ ਇਨੀਸ਼ੀਏਟਿਵ ਜਿਹੜਾ ਲੈਣ ਦੀ ਇੱਛਾ ਵਾ ਉਹ ਕੀ ਹੋ ਜਾਂਦੀ ਹੈ, ਡਿਸਟਰੋਏ ਹੋ ਜਾਂਦੀ ਆ। ਅੱਗੇ ਹੈ ਓਵਰ ਬਰਡਨ ਔਨ ਫਿਊ। Centralization puts overburden on few. In this way, some remains overburdened and some remains free। ਹੁਣ ਇਹਦੇ ਵਿੱਚ ਕੀ ਆ, ਸੈਂਟਰਲਾਈਜੇਸ਼ਨ ਵਿੱਚ ਕਈ ਵਾਰ ਤਾਂ ਕੁਛ ਪਰਸਨਸ ਨੂੰ ਬਹੁਤ ਜ਼ਿਆਦਾ ਹੀ ਕੰਮ ਹੁੰਦਾ, ਮਤਲਬ ਆਪਦਾ, ਕਿਉਂਕਿ ਸਿੰਗਲ ਪਰਸਨ ਹੈਂਡਲ ਕਰ ਰਿਹਾ ਕੰਮ ਨੂੰ, ਠੀਕ ਆ, ਕਈ ਫ੍ਰੀ ਰਹਿ ਜਾਂਦੇ ਆ। ਇਨ ਦਿਸ ਵੇ ਟੋਪ ਲੈਵਲਸ ਵਿਲ ਨਾਟ be able to devote sufficient time for planning, coordinating, controlling the activities of the organization। ਸੋ ਉਹ ਕਹਿੰਦੇ ਜੀ ਇੱਦਾਂ ਹੀ ਹੋਇਆ, ਮਤਲਬ ਸੈਂਟਰਲਾਈਜੇਸ਼ਨ ਹੀ ਰੱਖੀ ਆਪਾਂ ਚੀਜ਼, ਜਾਂ ਕਹਿ ਦਈਏ ਸੈਂਟਰਲਾਈਜ਼ ਮੈਥਡ ਹੀ ਚੂਜ਼ ਕਰੀ ਰੱਖਿਆ, ਤਾਂ ਇਹਦੇ ਨਾਲ ਟੌਪ ਮੈਨੇਜਮੈਂਟ ਨੂੰ ਬਿਲਕੁਲ ਟਾਈਮ ਨਹੀਂ ਮਿਲਦਾ ਡਿਵੋਟ ਹੁੰਦਾ ਦਾ ਟਾਈਮ ਦੇਣਾ, ਠੀਕ ਆ, ਸਫੀਸ਼ੀਐਂਟ ਟਾਈਮ ਨਹੀਂ ਮਿਲਦਾ ਪਲੈਨਿੰਗ ਲਈ, ਕੋਆਰਡੀਨੇਸ਼ਨ ਲਈ ਜਾਂ ਕੰਟਰੋਲਿੰਗ ਲਈ, ਠੀਕ ਆ। ਨੈਕਸਟ ਹੈਗਾ ਵਾ ਆਪਣੇ ਕੋਲੇ ਨਾਟ ਸੁਟੇਬਲ ਫॉर ਲਾਰਜ ਆਰਗੇਨਾਈਜੇਸ਼ਨ। ਜਿਹੜੀ ਸੈਂਟਰਲਾਈਜੇਸ਼ਨ ਆ ਇਹ ਲਾਰਜ ਆਰਗੇਨਾਈਜੇਸ਼ਨ ਦੇ ਲਈ ਸੁਟੇਬਲ ਨਹੀਂ ਹੈ। ਸੈਂਟਰਲਾਈਜੇਸ਼ਨ ਇਜ਼ ਸੁਟੇਬਲ ਫॉर ਓਨਲੀ ਸਮॉल ਆਰਗੇਨਾਈਜੇਸ਼ਨਸ। Large organizations cannot adopt this method। In large organizations, it is not possible to handle all the matters by one person because ਜਿਹੜੀਆਂ ਵੱਡੀਆਂ organizations ਹੁੰਦੀਆਂ ਨੇ ਸਾਰਾ ਕੰਮ ਇੱਕ person handle ਨਹੀਂ ਕਰ ਸਕਦਾ। So that's why ਉੱਥੇ suitable ਨਹੀਂ ਹੈ। Next is no specialization। Under centralization, all the decisions are taken by one person who may not be specialist in all areas। ਹੁਣ ਸੈਂਟਰਲਾਈਜੇਸ਼ਨ ਦੇ ਵਿੱਚ ਸਾਰੇ ਫੈਸਲੇ ਇੱਕੋ ਹੀ ਪਰਸਨ ਲੈਂਦਾ, ਬਟ ਹੁਣ ਉਹ ਹਰ ਇੱਕ ਕੰਮ ਦੇ ਵਿੱਚ ਤਾਂ ਸਪੈਸ਼ਲਿਸਟ ਨਹੀਂ ਹੋ ਸਕਦਾ। ਈਵਨ ਇਫ ਇਨ ਸੈਂਟਰਲਾਈਜੇਸ਼ਨ
ਸਪੈਸ਼ਲਾਈਜ਼ਡ ਪਰਸਨਸ ਆਰ ਅਪੋਇੰਟਡ ਦੇ ਕੈਨੋਟ ਹੈਵ ਪਾਵਰ ਟੂ ਥਿੰਕ ਦੇਅਰ ਓਨ। ਬਟ ਜੇ ਆਪਾਂ ਕਹਿ ਦਈਏ ਵੀ ਚਲੋ ਸੈਂਟਰਲਾਈਜੇਸ਼ਨ ਦੇ ਵਿੱਚ ਉਹਦੇ ਜਿਹੜੇ ਸਬੋਰਡੀਨੇਟ ਹੋਣਗੇ ਉਹ ਆਪਦੇ ਕੰਮ 'ਚ ਸਪੈਸ਼ਲਿਸਟ ਹੋਣਗੇ, ਠੀਕ ਆ, ਆਪਾਂ ਅਪੋਇੰਟ ਕੀਤੇ ਹੋਏ ਲੋਕ ਨੇ, ਬਟ ਉਹ ਆਪਦੇ ਉਹਨਾਂ ਕੋਲ ਇੱਦਾਂ ਦੀ ਕੋਈ ਪਾਵਰ ਹੀ ਨਹੀਂ ਜਿਹੜੀ ਉਹ ਆਪਦੀ ਸੋਚ ਚਲਾ ਸਕਣ, ਠੀਕ ਆ, ਮਤਲਬ ਆਪਦੀ ਸੋਚ ਨਾਲ ਕੋਈ ਡਿਸੀਜਨ ਲੈ ਸਕਣ। ਦਿਸ ਰਿਸਟ੍ਰਿਕਟ ਦਾ ਸਕੋਪ ਆਫ ਸਪੈਸ਼ਲਾਈਜੇਸ਼ਨ। ਸੋ ਇਹ ਚੀਜ਼ ਕੀ ਕਰਦੀ ਹੈ, ਇੱਕ ਰੁਕਾਵਟ ਪੈਦਾ ਕਰਦੀ ਹੈ ਸਪੈਸ਼ਲਾਈਜੇਸ਼ਨ ਦੇ ਵਿੱਚ। ਲਾਸਟ ਪੁਆਇੰਟ ਦੇਖੋ, delay in operations in centralization all the decisions are to be taken by one person, ठीक है। in case he is absent then decisions remain pending। ਹੁਣ ਦੇਖੋ ਆਪਾਂ ਇਹਦੇ 'ਚ ਇਹਦਾ ਬੈਨੀਫਿਟ ਪੜਿਆ ਵੀ ਸਾਰੇ ਫੈਸਲੇ ਇੱਕ ਪਰਸਨ ਨੇ ਕਰਨੇ ਆ ਤਾਂ ਬਹੁਤ ਸਹੀ ਆ ਆਪਣੇ ਲਈ, ਠੀਕ ਆ, ਇਹਦੀ ਐਡਵਾਂਟੇਜ ਪੜੀ ਆ। ਬਟ ਇਹਦੀ ਡਿਸਐਡਵਾਂਟੇਜ ਵੀ ਇਹ ਆ ਵੀ ਸਾਰੇ ਫੈਸਲੇ ਇੱਕ ਹੀ ਪਰਸਨ ਲੈ ਰਿਹਾ, ਬਟ ਜੇ ਇਨ ਕੇਸ ਉਹਨੂੰ ਕੋਈ ਪ੍ਰੋਬਲਮ ਆ ਜਾਂ ਉਹ ਸਿੱਕ ਵਗੈਰਾ ਹੋ ਜਾਂਦਾ ਵਾ ਜਾਂ ਉਹ ਐਬਸੈਂਟ ਆ ਐਨੀ ਰੀਜ਼ਨ ਕਰਕੇ, ਤਾਂ ਸਾਰੇ ਡਿਸੀਜ਼ਨ ਕੀ ਹੋਣਗੇ, ਪੈਂਡਿੰਗ ਰਹਿ ਜਾਣਗੇ। ਇਟ ਰਿਜ਼ਲਟਸ ਇਨ ਡਿਲੇ ਇਨ ਆਪਰੇਸ਼ਨ ਆਫ ਦਾ ਆਰਗੇਨਾਈਜੇਸ਼ਨ। ਸੋ ਇਹਦੇ ਨਾਲ ਜਿਹੜੇ ਆਰਗੇਨਾਈਜੇਸ਼ਨ ਦੇ ਕੰਮ ਆ ਉਹ ਕੀ ਹੋਣਗੇ, ਲੇਟ ਹੋ ਜਾਣਗੇ, ਠੀਕ ਆ।